ਜਿਹੜੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ। ਮੈਂ ਹਾਂ ਨਵਜੋਤ ਕੌਰ। ਸੋ ਅੱਜ ਲਾਈਵ ਚਰਚਾ ਹੋਏਗੀ ਜੀ ਇਸ ਪ੍ਰੋਗਰਾਮ ਦੇ ਤਹਿਤ। ਜਿਹੜਾ ਵਿਸ਼ਾ ਹੈ ਜਿਹੜਾ ਮਹੱਤਵਪੂਰਨ ਹੈ, ਜਿਹਦੇ ਬਾਰੇ ਗੱਲਬਾਤ ਹੋਏਗੀ, ਯੂਨੀਫਾਰਮ ਸਿਵਲ ਕੋਡ UCC ਜਿਹਨੂੰ ਅਸੀਂ ਕਹਿੰਦੇ ਹਾਂ। ਸੋ ਇਹਦੇ ਬਾਰੇ ਚਰਚਾ ਹੋਏਗੀ, ਚਰਚਾ ਕੀਤੀ ਜਾਏਗੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਹੈ UCC, ਕਿਉਂਕਿ ਇਹ ਜੋ ਮੰਤਵ ਹੈ, ਜੋ ਅਸੀਂ ਉਹਦੀ ਡੈਫੀਨੇਸ਼ਨ ਪਰਿਭਾਸ਼ਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਇਹੀ ਹੈ ਕਿ ਖਾਸ ਧਰਮ ਜਾਤੀ ਦੇ ਲੋਕਾਂ ਦੇ ਲਈ ਇੱਕ ਇਹੋ ਜਿਹਾ ਕਾਨੂੰਨ ਜੋ ਸਭ ਤੇ ਇੱਕੋ ਜਿਹਾ ਲਾਗੂ ਹੋਏਗਾ। ਕੀ ਹੈ ਕਾਨੂੰਨ, ਕੀ ਕਹਿੰਦਾ ਹੈ, ਕੀ ਹੈ ਕੋਡ, ਕਿਸ ਤਰ੍ਹਾਂ ਇੰਪਲੀਮੈਂਟ ਹੋਣ ਜਾ ਰਿਹਾ, ਕੀ ਰੁਕਾਵਟਾਂ ਨੇ, ਕਿਸ ਤਰੀਕੇ ਦੇ ਨਾਲ ਇਹ ਕੰਮ ਕਰੇਗਾ ਵੀ ਕਿ ਨਹੀਂ ਕਰੇਗਾ, ਇਸ ਦੇ ਬਾਰੇ ਸਾਰੀ ਚਰਚਾ ਲਾਈਵ ਇਸ ਸਟੂਡੀਓ ਦੇ ਵਿੱਚ ਹੋਏਗੀ। ਤੇ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੱਜ ਦੇ ਮਹਿਮਾਨ ਸਟੂਡੀਓ 'ਚ ਆ ਚੁੱਕੇ ਨੇ। ਤੁਹਾਨੂੰ ਮਿਲਵਾਉਂਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸ਼੍ਰੀ ਮਨੋਰੰਜਨ ਕਾਲੀਆ ਜੀ ਦਾ, ਜੋ ਕਿ ਸਾਬਕਾ ਕੈਬਨਿਟ ਮੰਤਰੀ ਨੇ। ਕਾਲੀਆ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਉਸ ਤੋਂ ਬਾਅਦ ਸਵਾਗਤ ਕਰਦੇ ਹਾਂ ਜੀ ਸੀਨੀਅਰ ਪੱਤਰਕਾਰ ਰਾਜੀਵ ਭਾਸਕਰ ਜੀ ਦਾ। ਰਾਜੀਵ ਜੀ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ। ਕਾਲੀਆ ਸਾਹਿਬ, ਜਦੋਂ UCC ਦੀ ਗੱਲ ਚੱਲਦੀ ਹੈ, ਇੱਕ ਗੱਲ ਇੱਕਦਮ ਜ਼ਿਹਨ ਦੇ ਵਿੱਚ ਆਉਂਦੀ ਹੈ ਕਿ ਆਖਰ ਕੀ ਹੈ ਯੂਨੀਫਾਰਮ ਸਿਵਲ ਕੋਡ। ਅਗਰ ਆਮ ਲੋਕਾਂ ਨੇ ਆਮ ਭਾਸ਼ਾ ਦੇ ਵਿੱਚ ਇਹਨੂੰ ਸਮਝਣਾ ਹੋਵੇ ਤੇ ਚਰਚਾ ਦੇ ਵਿੱਚ ਅੱਜ ਕੱਲ੍ਹ ਕਿਉਂ ਹੈ, ਕਿਉਂ ਤੇ ਆਪਾਂ ਗੱਲ ਕਰ ਰਹੇ ਹਾਂ? ਦੇਖੋ, ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਜੀ, ਇਹਨੂੰ ਅਸੀਂ ਹਿੰਦੀ ਜਾਂ ਪੰਜਾਬੀ 'ਚ ਕਹੀਏ ਸਮਾਨ ਨਾਗਰਿਕਤਾ ਕਾਨੂੰਨ। ਸੋ ਜਿਹੜਾ ਵੀ ਭਾਰਤ ਦਾ ਨਾਗਰਿਕ ਹੈ, ਠੀਕ ਹੈ, ਉਹਦੇ ਲਈ ਕਾਨੂੰਨ ਜਿਹੜੇ ਹੈਗੇ ਆ ਉਹ ਇੱਕੋ ਜਿਹਾ ਹੋਣਾ ਚਾਹੀਦਾ ਜੀ, ਠੀਕ ਹੈ। ਔਰ ਇਸ ਗੱਲ ਦਾ ਕਿ ਵੀ ਜੇ ਚਾਹੇ ਮਹਿਲਾ ਹੈ ਚਾਹੇ ਪੁਰਸ਼ ਹੈ, ਇਹਨਾਂ ਦੇ ਵਿੱਚ ਵੀ ਕੋਈ ਫਰਕ ਨਹੀਂ ਹੋਣਾ ਚਾਹੀਦਾ, ਠੀਕ ਹੈ ਨਾ। ਸੋ ਉਸ ਨਾਤੇ ਇਸ ਗੱਲ ਦਾ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਠੀਕ ਹੈ, ਉਸ ਵਕਤ ਤੁਸੀਂ ਦੇਖੋ ਕਿ ਵੀ ਵੰਡ ਹੋਈ, ਜਿਹੜਾ ਧਰਮ ਦੇ ਆਧਾਰ ਦੇ ਉੱਤੇ ਪਾਕਿਸਤਾਨ ਬਣਿਆ, ਮੁਸਲਿਮ ਕੰਟਰੀ ਬਣਿਆ। ਸੋ ਇਹਦੇ ਵਿੱਚ ਜਿਹੜੀਆਂ ਰਿਫਾਰਮਸ ਹੈ, ਮੈਂ ਇਹਨੂੰ ਕਹਾਂਗਾ ਯੂਨੀਫਾਰਮ ਸਿਵਲ ਕੋਡ ਜਿਹੜਾ ਨਾ ਇੱਕ ਤਰ੍ਹਾਂ ਇੱਕ ਪਾਰਟ ਆਫ ਰਿਫਾਰਮਸ, ਜਿਹੜਾ ਕਿ ਜਦੋਂ ਭਾਰਤ ਦਾ ਸੰਵਿਧਾਨ ਬਣਿਆ ਉਹਦੇ ਵਿੱਚ ਉਹਨਾਂ ਨੇ ਇਹ ਡਾਇਰੈਕਟਿਵ ਪ੍ਰਿੰਸੀਪਲਸ ਰੱਖਿਆ ਕਿ ਵੀ ਯੂਨੀਫਾਰਮ ਸਿਵਲ ਕੋਡ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਅਗਾਂਹ ਬਣਿਆ ਜਾਏਗਾ, ਬਣਾਉਣਾ ਹੈ। ਇਸ ਗੱਲ ਦਾ ਆਪਾਂ ਫੈਸਲਾ ਕਰ ਲਿਆ ਜੀ। ਹੁਣ ਇਹ ਹੈ ਕਿ ਉਦੋਂ ਜਿਹੜਾ ਹੈਗਾ ਕਿ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ, ਉਹਨਾਂ ਦੀ ਸਰਕਾਰ ਨੇ 1950 ਦੇ ਵਿੱਚ ਹਿੰਦੂ ਕੋਡ ਬਿੱਲ ਲੈ ਕੇ ਆਏ। ਉਹਦੇ ਵਿੱਚ ਜਿਹੜਾ ਹੈਗਾ ਕਿ ਇੰਡੀਅਨ ਸਕਸੈਸ਼ਨ ਐਕਟ ਜੀ, ਠੀਕ ਹੈ ਜੀ, ਫਿਰ ਹੈਗਾ ਕਿ ਅਡਾਪਸ਼ਨ ਐਕਟ ਸੀਗਾ, ਮੇਨਟੇਨੈਂਸ ਐਕਟ ਸੀਗਾ। ਸੋ ਉਹਨਾਂ ਨੇ ਇੱਕ ਰਿਫਾਰਮਸ ਕੀਤੀਆਂ ਕਿ ਵੀ ਅੱਗੇ ਤੁਸੀਂ ਦੇਖੋ ਕਿ ਮੈਰਿਜ ਐਕਟ ਸੀਗਾ, ਹਿੰਦੂ ਮੈਰਿਜ ਐਕਟ, ਕਿ ਵੀ ਅੱਗੇ ਬਾਲ ਵਿਵਾਹ ਸੀਗਾ, ਠੀਕ ਹੈ। ਇਸੇ ਤਰ੍ਹਾਂ ਸਤੀ ਪ੍ਰਥਾ ਹੁੰਦੀ ਸੀ ਕਿਸ ਟਾਈਮ ਦੇ ਉੱਤੇ, ਉਦੋਂ ਰਾਜਾ ਮੋਹਨ ਰਾਏ ਜੀ ਨੇ ਝੰਡਾ ਬੁਲੰਦ ਕੀਤਾ ਕਿ ਵੀ ਸਤੀ ਪ੍ਰਥਾ ਬੰਦ ਹੋਣੀ ਚਾਹੀਦੀ ਜੀ। ਸੋ ਕੁਰੀਤੀਆਂ ਦੇ ਖਿਲਾਫ ਜਿਹੜਾ ਹੈਗਾ ਆਵਾਜ਼ ਉੱਠਦੀ ਰਹੀ। ਤੋਂ ਉਦੋਂ ਇਹ ਕੁਰੀਤੀਆਂ ਸਮਝ ਕੇ ਉਹਨਾਂ ਨੇ ਕਿ ਦੂਰ ਕਰਨੀ ਹੈ ਸਮਾਜ ਦੇ ਵਿੱਚ, ਉਹਨਾਂ ਨੂੰ ਜਿਹੜਾ ਹੈਗਾ ਕਿ ਮਹਿਲਾਵਾਂ ਨੂੰ ਵੀ ਪੂਰੇ ਅਧਿਕਾਰ ਦਿੱਤਾ ਜਾਵੇ। ਜੇ ਜਿਹੜਾ ਹੈਗਾ ਉਹਨਾਂ ਨੇ ਫਿਰ ਇਹ ਹਿੰਦੂ ਕੋਡ ਬਿੱਲ ਲੈ ਕੇ ਆਏ ਜੀ, ਜਿਹਦੇ ਵਿੱਚ ਡਿਫਰੈਂਟ ਐਕਟਸ ਬਣੇ ਹਿੰਦੂਆਂ ਲਈ। ਉਹਦੇ ਵਿੱਚ ਇਹ ਹੋਇਆ ਕਿ ਵੀ ਜਿਹੜਾ ਮੁਸਲਿਮ ਸੀਗੇ, ਮੁਸਲਿਮ, ਕ੍ਰਿਸਚੀਅਨਸ ਔਰ ਪਾਰਸੀ, ਇਹਨਾਂ ਦੇ ਪਰਸਨਲ ਲਾਜ਼ ਆਪਣੇ ਸੀਗੇ ਜੀ, ਠੀਕ ਹੈ ਜੀ। ਹੁਣ ਉਹਦੇ ਵਿੱਚ ਤੁਸੀਂ ਦੇਖੋ ਕਿ ਵੀ ਜਿਹੜਾ ਸ਼ਾਹ ਬਾਨੋ ਦਾ ਕੇਸ ਹੋਇਆ, ਉਹਦੇ ਵਿੱਚ ਉਹਨੇ ਮੇਨਟੇਨੈਂਸ ਮੰਗੀ, ਠੀਕ ਹੈ ਜੀ। ਔਰ ਉਸ ਵਕਤ ਜਿਹੜਾ ਹੈਗਾ ਕਿ ਵੀ ਅੰਡਰ ਸੈਕਸ਼ਨ 125 CRPC ਤਹਿਤ ਸੁਪਰੀਮ ਕੋਰਟ ਨੇ ਵੀ ਓਕੇ ਕਰਤੀ, ਗ੍ਰਾਂਟ ਹੋਣੀ ਚਾਹੀਦੀ ਹੈ। ਲੇਕਿਨ ਫਿਰ ਉਹ ਹੱਲਾ ਮਚਿਆ। ਸੋ ਉਸ ਵਕਤ ਰਾਜੀਵ ਗਾਂਧੀ ਉਹਨੇ ਸਰਕਾਰ ਸੀ, ਕਾਂਗਰਸ ਸੀ, ਉਹਨਾਂ ਨੇ ਅਮੈਂਡਮੈਂਟ ਲੈ ਆਏ ਪਰਸਨਲ ਲਾਅ ਜੀ। ਲੇਕਿਨ ਕਿਆ ਇੱਕ ਮੁਸਲਿਮ ਮਹਿਲਾ ਨੂੰ ਅਧਿਕਾਰ ਨਹੀਂ ਉਹਨੂੰ ਮੇਨਟੇਨੈਂਸ ਦਾ? ਉਹ ਜਿਹੜਾ ਹੈਗਾ ਕਿਆ ਤੁਸੀਂ ਇਸਲਾਮਿਕ ਲਾਅ ਹੀ ਲਾਗੂ ਕਰਨਾ? ਅੱਜ ਆਪਾਂ ਕਿੱਥੇ ਖੜੇ ਆ? ਹੁਣ ਤੁਸੀਂ ਦੇਖੋ ਕਿ ਵੀ ਬਹੁਤ ਸਾਰੇ ਮੁਸਲਿਮ ਕੰਟਰੀਜ਼ ਦੇ ਵਿੱਚ ਜਿਹੜੇ ਹੈਗੇ ਆ, ਜਿਹੜੇ 3 ਤਲਾਕ ਅਸੀਂ ਕਾਨੂੰਨ ਲੈ ਕੇ ਆਏ, ਠੀਕ ਹੈ। 3 ਤਲਾਕ ਕਈ ਮੁਸਲਿਮ ਕੰਟਰੀਜ਼ ਨੇ ਖਤਮ ਕਰਤਾ, ਲੇਕਿਨ ਇੱਥੇ ਲਾਗੂ ਸੀਗਾ। ਜੋ ਦੀ ਮੋਦੀ ਸਰਕਾਰ ਆਈ ਹੈ, 3 ਤਲਾਕ ਖਤਮ ਹੋਇਆ। ਔਰ ਉਹਦੇ ਨਾਲ ਜਿਹੜਾ ਹੈਗਾ ਕਿ ਵੀ ਅਸੀਂ ਫੋਨ ਤੇ ਕਹਿ ਦਈਏ ਜਾਂ ਉੱਦਾਂ ਕਹਿ ਦਈਏ ਤਲਾਕ, ਮੁਸਲਿਮ ਮਹਿਲਾ ਦੀ ਆਪਣੀ ਇੱਕ ਡਿਗਨਿਟੀ ਨਹੀਂ ਹੈ, ਬਿਲਕੁਲ ਠੀਕ ਹੈ ਨਾ ਜੀ। ਉਹ ਜਿਹੜਾ ਇੱਕ ਪੁਰਾਣੀ ਕਹਾਵਤ ਹੈ ਕਿ ਪੈਰ ਦੀ ਜੁੱਤੀ ਹੈ ਮਹਿਲਾਵਾਂ, ਉਹ ਚਲੇ ਆ ਰਿਹਾ। ਸੋ ਉਸ ਗੱਲ ਨੂੰ ਮੋਦੀ ਜੀ ਨੇ ਖਤਮ ਕੀਤਾ। ਤਾਂ ਇਸ ਨਾਤੇ ਅੱਜ ਕਿ ਵੀ ਜਿਹੜਾ ਯੂਨੀਫਾਰਮ ਸਿਵਲ ਕੋਡ ਲਿਆਉਣ ਦੇ ਨਾਲ ਜਿਹੜਾ ਹੈਗਾ ਇੱਕ ਬਹੁਤ ਵੱਡੀ ਮਹਿਲਾਵਾਂ ਨੂੰ ਜਿਹੜਾ ਹੈਗਾ ਕਿ ਉਹਨਾਂ ਨੂੰ ਅਧਿਕਾਰ ਮਿਲੇਗਾ ਔਰ ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ ਮਿਲੇਗਾ ਜੀ, ਠੀਕ ਹੈ ਨਾ ਜੀ। ਹੁਣ ਅਸੀਂ ਕਹੀਏ ਹੁਣ ਪਾਕਿਸਤਾਨ ਦੇ ਵਿੱਚ ਦਾ ਇੰਡੀਅਨ ਪੀਨਲ ਕੋਡ ਆ, ਉੱਥੇ
ਉੱਥੇ ਜਾਂ ਪਾਕਿਸਤਾਨ ਪੀਨਲ ਕੋਡ ਹੈ, ਠੀਕ ਹੈ ਜੀ, ਕ੍ਰਿਮੀਨਲ ਲਾਅ ਹੈਗਾ, ਲੇਕਿਨ ਉੱਥੇ ਬਾਕੀ ਜਿਹੜੇ ਹੈਗੇ ਇਸਲਾਮਿਕ ਲਾਜ਼ ਹੈ ਜੀ, ਤੇ ਉਹਨਾਂ ਨੇ ਸ਼ਰੀਅਤ ਕਿਉਂ ਨਹੀਂ ਲਾਗੂ ਕੀਤੀ ਫਿਰ? ਹੁਣ ਉੱਥੇ ਤਾਂ ਜੇ ਚੋਰੀ ਕਰੂਗਾ ਹੱਥ ਨਾਲ ਤੇ ਹੱਥ ਵੜ ਦੇਣਾ, ਤੇ ਆਈ ਫॉर ਆਈ ਹੈਗਾ, ਟੁੱਥ ਫॉर ਟੁੱਥ ਹੈ, ਉਹ ਨਹੀਂ ਲਾਗੂ, ਕਿਉਂਕਿ ਉੱਥੇ ਜਿਹੜਾ ਮੇਲ ਡੋਮੀਨੇਟਡ ਸੁਸਾਇਟੀ ਹੈ ਉਹ ਇਸ ਗੱਲ ਨੂੰ ਕਿ ਵੀ ਉਹ ਸਾਡੇ ਤੇ ਲਾਗੂ ਹੋਣੀ ਹੈ, ਇਸ ਲਈ ਉਹਨਾਂ ਨੇ ਲਾਗੂ ਨਹੀਂ ਕੀਤਾ। ਉਹ ਜਿਹੜੀ ਚੀਜ਼ ਕਿ ਮਿੱਠਾ ਮਿੱਠਾ ਗਬ ਗਬ ਕੜਵਾ ਕੜਵਾ ਥੂ ਥੂ, ਤਾਂ ਉੱਥੇ ਮਹਿਲਾਵਾਂ ਦੀ ਜਿਹੜੀ ਪੋਜੀਸ਼ਨ ਹੈ ਉੱਥੇ ਇਕੁਅਲ ਰਾਈਟਸ ਨਹੀਂ ਹੈ। ਸੋ ਇੱਥੇ ਜਿਹੜਾ ਹੈਗਾ ਜਿਹੜਾ ਪਰਸਨਲ ਲਾਜ਼ ਸੀਗੇ, ਹੁਣ ਅੱਜ ਇਹ ਡਾਇਰੈਕਟਿਵ ਪ੍ਰਿੰਸੀਪਲ ਜਦੋਂ ਸੰਵਿਧਾਨ ਬਣਿਆ, ਠੀਕ ਹੈ ਜੀ, ਸੋ ਭੀਮ ਰਾਓ ਅੰਬੇਦਕਰ ਜੀ ਨੇ ਉਹਨਾਂ ਨੇ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਇਨਸ਼ਰਾਈਨ ਕੀਤਾ, ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚ ਲੈ ਲਿਆ ਕਿ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਜੀ, ਔਰ ਹੁਣ ਜਿਹੜਾ ਹੈਗਾ ਕਿ ਵੀ ਮੋਦੀ ਜੀ ਨੇ ਕਿ ਸਮਾਂ ਆ ਗਿਆ ਕਿ ਹੁਣ ਅਸੀਂ ਇੱਕ ਯੂਨੀਫਾਰਮ ਸਿਵਲ ਕੋਡ ਬਣਾਈਏ, ਸਮਾਨ ਨਾਗਰਿਕਤਾ ਕਾਨੂੰਨ, ਔਰ ਹਰ ਇੱਕ ਵਿਅਕਤੀ ਨੂੰ, ਮਹਿਲਾ ਹੋਵੇ ਪੁਰਸ਼ ਹੋਵੇ ਕਿਸੇ ਧਰਮ ਦੀ ਹੋਵੇ, ਠੀਕ ਹੈ ਨਾ ਜੀ, ਉਹਨੂੰ ਹਾਂ ਆਪਣੀ ਪੂਜਾ ਪੱਤੀ ਦਾ ਪੂਰੀ ਇਜਾਜ਼ਤ ਹੈ, ਲੇਕਿਨ ਜਿਹੜਾ ਹੈਗਾ ਉਹਦਾ ਅਧਿਕਾਰ ਜਿਹੜੇ ਹੈਗਾ ਸਿਵਲ ਰਾਈਟਸ ਜਿਹੜੇ ਹੈਗੇ ਉਹ ਪੂਰੀ ਤਰ੍ਹਾਂ ਹਰ ਨੂੰ ਇੱਕੋ ਜਿਹਾ। ਜੀ ਰਜੀਵ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਾਲੀਆ ਸਾਹਿਬ ਦੀ ਗੱਲ ਨੂੰ ਆਪਾਂ ਅੱਗੇ ਤੋਰਦੇ ਹਾਂ, UCC ਦੇ ਆਉਣ ਤੋਂ ਪਹਿਲਾਂ ਹੀ ਵਿਰੋਧ ਸਾਹਮਣੇ ਇਸ ਚੀਜ਼ ਦਾ ਆ ਰਿਹਾ, ਪਰ ਜਦੋਂ ਕਿ ਆਪਾਂ ਉਹਦੀ ਅਗਰ ਝਾਤ ਮਾਰੀਏ ਲਾਗੂ ਹੋਣ ਤੋਂ ਬਾਅਦ ਕੀ ਬਦਲਾਅ, ਚੰਗੇ ਬਦਲਾਅ ਜਿਹੜੇ ਹੋ ਸਕਦੇ ਆ, ਤੇ ਪਰ ਉਹਦਾ ਫਿਰ ਵੀ ਵਿਰੋਧ ਜਿਹੜਾ ਏਡੇ ਵੱਡੇ ਪੱਧਰ ਤੇ ਆ ਰਿਹਾ। ਸਭ ਤੋਂ ਪਹਿਲੇ ਤਾਂ UCC ਨੂੰ ਹੋਰ ਸਿੰਪਲੀਫਾਈ ਕਰਕੇ ਸਮਝਣ ਦੀ ਕੋਸ਼ਿਸ਼ ਕਰੋ। ਭਾਰਤ ਤੋਂ ਇਲਾਵਾ ਇਦਾਂ ਦਾ ਕੋਈ ਦੇਸ਼ ਨਹੀਂ ਹੈ ਜਿਹਦੇ ਵਿੱਚ ਡਬਲ ਕਾਨੂੰਨ ਹੋਏ, ਇੱਕ ਜਾਤੀ ਵਾਸਤੇ ਇੱਕ ਧਰਮ ਵਾਸਤੇ ਵੱਖਰਾ ਕਾਨੂੰਨ, ਦੂਜੇ ਧਰਮ ਦੂਜੀ ਜਾਤੀ ਵਾਸਤੇ ਵੱਖਰਾ ਕਾਨੂੰਨ, ਇੱਕ ਕਾਨੂੰਨ ਦੇਸ਼ ਦਾ ਉਹ ਸਾਰਿਆਂ ਵਾਸਤੇ ਹੈਗਾ। ਭਾਰਤ ਹੀ ਇੱਕ ਇਸ ਤਰ੍ਹਾਂ ਦਾ ਦੇਸ਼ ਹੈ, ਆਪਣੀ ਕੰਟਰੀ ਨੂੰ ਸੈਕੂਲਰ ਵੀ ਕਹਿੰਦੇ ਆ, ਔਰ ਇਹ ਕੋਈ ਨਵਾਂ ਇਸ਼ੂ ਨਹੀਂ ਹੈ। ਇਹ ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਇਹ ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚ ਸਿਰਫ ਇਸ ਕਰਕੇ ਪਾਇਆ ਹੋਇਆ ਸੀ, ਫੰਡਾਮੈਂਟਲ ਰਾਈਟਸ ਦੇ ਵਿੱਚ ਰਾਈਟ ਟੂ ਵਰਸ਼ਿਪ ਹੈ, ਲੇਕਿਨ ਯੂਨੀਫਾਰਮ ਸਿਵਲ ਕੋਡ ਨਹੀਂ ਹੈ। ਕਾਰਨ ਕਿ ਭਾਰਤ ਦੇ ਵਿੱਚ ਜਾਤੀਆਂ, ਸਮਾਜ, ਵਰਗ ਬਹੁਤ ਆਪਣੇ ਆਪਣੇ ਤਰੀਕੇ ਨਾਲ ਵੰਡਿਆ ਹੋਇਆ ਜੀ, ਯਾਨੀ ਸਮਾਜਿਕ ਤੌਰ ਤੇ ਜਦ ਸਮਾਜ ਇੱਕ ਹੋ ਜਾਏ ਤਦ ਅਸੀਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਾਂਗੇ। ਜੇ ਹੁਣ ਅਸੀਂ ਅੱਜ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰ ਰਹੇ ਹਾਂ ਤੇ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਸਮਾਜਿਕ ਤੌਰ ਤੇ ਹੁਣ ਆਪਾਂ ਇੱਕ ਹੋ ਗਏ ਹਾਂ, ਸਾਡੇ ਵਿੱਚ ਭੇਦਭਾਵ ਉਹ ਸਾਰੀ ਗੱਲਾਂ ਖਤਮ ਹੋ ਗਈ ਹੈ। ਹੁਣ ਤੁਸੀਂ ਇਹ ਗੱਲ ਕਿਹਾ ਕਿ ਲੋਕ ਅਪੋਜ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਅਪੋਜ਼ ਕਿਉਂ ਕਰਦੀ ਹੈ, ਜਦ ਵੀ ਤੁਸੀਂ ਇਹਨੂੰ ਪੋਲੀਟੀਕਲ ਚਸ਼ਮੇ ਨਾਲ ਦੇਖੋਗੇ ਤੇ ਤੁਹਾਨੂੰ ਉਸ ਚਸ਼ਮੇ ਦੇ ਰਾਹੀਂ ਆਪਣਾ ਵੋਟ ਬੈਂਕ ਨਜ਼ਰ ਆਏਗਾ, ਔਰ ਉਸ ਵੋਟ ਬੈਂਕ ਦੇ ਵਿੱਚ ਜਨਰਲੀ ਇੱਕ ਪਰਸੈਪਸ਼ਨ ਹੈਗਾ ਕਿ ਹੁਣ 23 ਜੂਨ ਨੂੰ ਆਪੋਜੀਸ਼ਨ ਪਾਰਟੀਆਂ ਪਟਨਾ ਇਕੱਠੇ ਹੋਈਆਂ, ਉਹਦੇ ਵਿੱਚ ਹੁਣੇ ਤੋਂ ਹੀ ਯੂਨੀਫਾਰਮ ਸਿਵਲ ਕੋਡ ਦੇ ਮਾਮਲੇ ਦੇ ਵਿੱਚ ਵਿਖਰਾਵ ਦੇਖਣ ਨੂੰ ਮਿਲਦਾ ਹੈ। ਆਮ ਆਦਮੀ ਪਾਰਟੀ ਨੇ ਕਹਿ ਦਿੱਤਾ ਜੀ ਇਨ ਪ੍ਰਿੰਸੀਪਲ ਵੀ ਆਰ ਐਗਰੀਡ, ਲੇਕਿਨ ਇਹ ਵੀ ਕਿ ਹੋਰ ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰਨੀ ਚਾਹੀਦੀ ਹੈ। ਨਿਤੀਸ਼ ਕੁਮਾਰ ਉਹਨਾਂ ਦੀ JDU ਉਹ ਵੀ ਇਹੀ ਕਹਿੰਦੇ ਨੇ। ਹੁਣ ਅੱਜ ਭਗਵੰਤ ਮਾਨ ਉਹਨਾਂ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਗੱਲ ਕਰ ਰਹੇ ਸੀ, ਉਹਨਾਂ ਦਾ ਰਾਗ ਵੱਖਰਾ ਸੀਗਾ। ਯਾਨੀ ਇਹ ਸਾਰੀ ਪਾਰਟੀਆਂ ਦੇ ਵਿੱਚ ਇੱਕ ਕਨਸੈਪਟ ਬਣਿਆ ਹੋਇਆ ਹੈ ਕਿ ਜੇ ਤੁਸੀਂ ਯੂਨੀਫਾਰਮ ਸਿਵਲ ਕੋਡ ਨੂੰ ਸਪੋਰਟ ਕਰੋਗੇ ਤੇ ਇਟ ਮੀਨਸ ਯੂ ਆਰ ਐਂਟੀ ਮੁਸਲਿਮ। ਇਹ ਬਣਾਇਆ ਪੋਲੀਟੀਸ਼ੀਅਨਸ ਨੇ, ਜਦ ਕਿ ਇਹ ਹੈ ਨਹੀਂ। ਯੂਨੀਫਾਰਮ ਸਿਵਲ ਕੋਡ ਲੱਗਣ ਤੋਂ ਬਾਅਦ ਸਭ ਤੋਂ ਜ਼ਿਆਦਾ ਫਾਇਦਾ ਹੀ ਮੁਸਲਮਾਨਾਂ ਨੂੰ ਹੋਣ ਵਾਲਾ ਹੈ। ਜੇ ਆਪਾਂ ਇਸ ਤਰੀਕੇ ਨਾਲ ਦੇਖੀਏ ਤੇ ਔਰ ਸਮਝਾਈਏ ਤੇ ਸਮਝ ਵੀ ਜਾਏਗੀ। ਔਰ ਇਹਦਾ ਸਭ ਤੋਂ ਜ਼ਿਆਦਾ ਵਿਰੋਧ ਕਿੱਥੇ ਹੈ? 7 ਸਿਸਟਰ ਸਟੇਟਸ ਯਾਨੀ ਨਾਰਥ ਈਸਟ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਹੈ। ਉੱਥੇ ਕਬੀਲੇ ਹੈ, ਆਦੀਵਾਸੀ ਹੈ, ਔਰ ਮਨੀਪੁਰ ਦੇ ਵਿੱਚ ਜਿਹੜਾ ਝਗੜਾ ਚੱਲ ਰਿਹਾ ਹੈ, ਦੋ ਜਾਤੀਆਂ ਦੇ ਵਿੱਚ ਚੱਲ ਰਿਹਾ ਹੈ, ਉਹ ਅਗਰ ਯੂਨੀਫਾਰਮ ਸਿਵਲ ਕੋਡ ਅੱਜ ਹੁੰਦਾ ਤੇ ਸ਼ਾਇਦ ਮਨੀਪੁਰ ਦੇ ਵਿੱਚ ਇਦਾਂ ਦੀ ਸਥਿਤੀ ਨਾ ਹੁੰਦੀ। ਹੁਣ ਇਸ ਨੂੰ ਅੱਗੇ ਵਧਣਾ ਚਾਹੀਦਾ ਹੈ। ਇਸ ਗੱਲ ਦੇ ਉੱਤੇ ਤੇ ਸਾਰੇ ਐਗਰੀਡ ਨੇ, ਕਿਉਂਕਿ ਕੋਈ ਵੀ ਇਹਦਾ ਵਿਰੋਧ ਨਹੀਂ ਕਰ ਸਕਦਾ, ਔਰ ਜਿਹੜਾ ਵਿਰੋਧ ਕਰੇਗਾ ਉਹ ਐਂਟੀ ਹਿੰਦੂ ਕਹਿਲਾਏਗਾ। ਇਹ ਇੱਕ ਪੋਲੀਟੀਕਲ ਕਨਸੈਪਟ ਹੈ, ਲੇਕਿਨ ਡੂੰਘਾਈ ਜਾਓਗੇ ਤੇ ਤੁਹਾਨੂੰ ਇਹ ਲੱਗੇਗਾ ਕਿ ਜੇ ਸਮਾਜ ਨੂੰ ਇੱਕ ਕਰਨਾ ਹੈ ਤੇ ਯੂਨੀਫਾਰਮ ਸਿਵਲ ਕੋਡ ਬਹੁਤ ਜ਼ਰੂਰੀ ਹੈ। ਖਾਸ ਕਰਕੇ ਇੱਕ ਮੁਸਲਮਾਨ ਨੂੰ 3 ਸ਼ਾਦੀਆਂ ਕਰਨ ਦਾ ਜੋ ਹੱਕ ਹੈਗਾ, 4 ਸ਼ਾਦੀਆਂ ਮਤਲਬ 3-4, ਔਰ ਜਿਹੜਾ ਹਿੰਦੂ ਹੈਗਾ ਉਹ ਵਿਚਾਰਾ ਇੱਕ ਨਾਲ ਕੋਈ ਦੂਜੀ ਰੱਖ ਲੈਂਦਾ ਤਾਂ ਪੰਗਾ ਪੈ ਜਾਂਦਾ। ਤੇ ਸਾਰੀ ਗੱਲਾਂ ਦੇ ਉੱਤੇ ਬੜੀ ਬਾਰੀਕੀ ਨਾਲ ਨੈਸ਼ਨਲ ਲੈਵਲ ਤੇ ਡਿਬੇਟ ਹੋਣੀ ਚਾਹੀਦੀ ਹੈ, ਹਰ ਸਟੇਕ ਹੋਲਡਰ ਨਾਲ ਗੱਲ ਹੋਣੀ ਚਾਹੀਦੀ ਹੈ, ਔਰ ਕੋਈ ਔਖਾ ਨਹੀਂ ਹੈ ਕਨਵਿੰਸ ਕਰਨਾ, ਕਿਉਂਕਿ ਲੌਜੀਕਲੀ ਤੁਸੀਂ ਮੈਂ ਜੀ ਤੁਹਾਡੀ ਗੱਲ ਨੂੰ ਐਡ ਕਰਦਾ ਕਿ ਲਾਅ ਕਮਿਸ਼ਨ ਨੇ ਜਿਹੜਾ ਹੈਗਾ ਕਿ ਸਾਰੇ ਕੋਲੋਂ ਇਤਰਾਜ਼ ਮੰਗੇ, ਸੁਝਾਅ ਮੰਗੇ ਆ 14 ਜੁਲਾਈ ਤੱਕ। ਹਾਂਜੀ, ਤੇ ਉਹਦੇ ਵਿੱਚ ਜਿਹੜਾ ਹੈਗਾ ਸਾਰੀਆਂ ਆਪੋਜੀਸ਼ਨ ਦੇਣ ਕਿ ਵੀ ਸਾਨੂੰ ਇਹ ਕਮੀਆਂ ਨਜ਼ਰ ਆਉਂਦੀਆਂ, ਉਹ ਤਾਂ ਓਪਨ ਹੈਗਾ, ਡਿਸਕਸ਼ਨ ਫॉर ਓਪਨ ਹੈ। ਬਿਲਕੁਲ ਠੀਕ ਗੱਲ ਹੈ। ਆਪਾਂ ਇਸ ਗੱਲ ਦੇ ਵਿੱਚ ਕਿ ਵੀ ਜਿਹੜੀ ਚੀਜ਼ ਆਪਾਂ ਸੰਵਿਧਾਨ ਦੀ ਸੀ ਸਹੁੰ ਚੱਕ ਕੇ ਅਸੀਂ ਵਿਧਾਇਕ ਬਣਦੇ ਆ, सांसद बनते हैं, मंत्री बनते हैं, उसे संविधान च डायरेक्टिव प्रिंसिपल्स है, तो आप अपोज की कर रहे हैं। फिर हैगा समान कि भी अधिकार जे समान हो जाएंगे, जे मुस्लिम महिला नूं
ਸਮਾਨ ਜਿਹੜੇ ਹੈ ਅਧਿਕਾਰ ਮਿਲਣਗੇ, ਮੇਨਟੇਨੈਂਸ ਦਾ ਮਿਲੇਗਾ, ਚ ਮਾੜੀ ਗੱਲ ਕੀ ਹੈਗੀ ਹੈ? ਬਿਲਕੁਲ ਠੀਕ ਗੱਲ ਹੈ, ਠੀਕ ਹੈ ਨਾ ਜੀ? ਬਿਲਕੁਲ ਠੀਕ ਗੱਲ ਹੈ। ਕਿਉਂਕਿ ਔਰ ਉਸ ਤੋਂ ਇਲਾਵਾ ਦੇਖੋ ਹੁਣ ਕਾਲੀਆ ਜੀ ਨੇ ਥੋੜੀ ਦੇਰ ਪਹਿਲੇ ਗੱਲ ਕੀਤੀ ਕਿ ਮਹਿਲਾਵਾਂ ਨੂੰ ਤੇ ਜਿਹੜੇ ਪੁਰਸ਼ ਨੇ ਉਹਨਾਂ ਨੂੰ ਸਮਾਨ ਨਿਗਾਹ ਨਾਲ ਦੇਖਣਾ ਚਾਹੀਦਾ ਹੈ। ਅੱਜ ਹੀ ਮੈਂ ਸਵੇਰੇ ਖਬਰ ਪੜ੍ਹ ਰਿਹਾ ਸੀ, ਪੰਜਾਬ ਕੇਸਰੀ ਅਖਬਾਰ ਦੇ ਫਰੰਟ ਪੇਜ ਤੇ ਖਬਰ ਲੱਗੀ ਸੀ ਕਿ ਸੁਪਰੀਮ ਕੋਰਟ ਨੇ ਨੈਸ਼ਨਲ ਕਮਿਸ਼ਨ ਫॉर ਮੈਨ ਦੀ ਇੱਕ ਪਟੀਸ਼ਨ ਨੂੰ ਖਾਰਿਜ ਕਰਤਾ ਕਿ ਵੀ ਇਹਦੀ ਲੋੜ ਨਹੀਂ। ਸਵਾਲ ਉੱਠਦਾ ਹੈ ਕਿ ਜੇ ਨੈਸ਼ਨਲ ਕਮਿਸ਼ਨ ਫॉर ਵਿਮਨ ਹੈ ਤੇ ਫਿਰ ਨੈਸ਼ਨਲ ਕਮਿਸ਼ਨ ਫॉर ਮੈਨ ਕਿਉਂ ਨਹੀਂ? ਜੀ ਉਹ ਕਹਿੰਦੇ ਨਹੀਂ ਮੈਨ ਨਾਲ, ਕਿਉਂਕਿ ਮੇਰੀ ਇਸ ਮੁੱਦੇ ਤੇ ਕੁਝ ਸੂਝਵਾਨ ਲੋਕਾਂ ਨਾਲ ਬਹਿਸ ਵੀ ਹੋਈ। ਉਹਨਾਂ ਦਾ ਕਹਿਣਾ ਸੀਗਾ ਯਾਰ ਮੈਨ ਦੇ ਨਾਲ ਨਾ ਕੋਈ ਵਿਤਕਰਾ ਹੁੰਦਾ ਹੀ ਨਹੀਂ, ਡਿਸਕ੍ਰਿਮੀਨੇਸ਼ਨ ਨਹੀਂ ਹੈ, ਜਦ ਕਿ ਇਹ ਗੱਲ ਸਹੀ ਨਹੀਂ ਹੈ। ਮੈਨ ਦੇ ਨਾਲ ਹੁਣ ਇਹ ਮੈਟ੍ਰੀਮੋਨੀਅਲ ਡਿਸਪਿਊਟ ਨੇ, ਅਗਰ ਤੁਸੀਂ 100 ਮੈਟ੍ਰੀਮੋਨੀਅਲ ਡਿਸਪਿਊਟ ਲਓਗੇ ਨਾ ਤਾਂ 60 ਜੇ ਤੁਹਾਨੂੰ ਹੈਰਾਨੀ 60 ਦੇ ਵਿੱਚ ਮੈਨ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ। ਪਰ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਮੈਨ ਦੇ ਨਾਲ ਯਾਨੀ ਨੈਸ਼ਨਲ ਕਮਿਸ਼ਨ ਫॉर ਮੈਨ ਤੇ ਚਾਹੀਦਾ ਹੀ ਨਹੀਂ। ਹੋਰ ਸਾਰੀ ਚੀਜ਼ਾਂ ਹੈਗੀਆਂ, ਬਹੁਤ ਸਾਰੇ ਮੁੱਦੇ ਬਾਰੀਕੀ ਨਾਲ ਡਿਸਕਸ ਕਰਨ ਦੀ ਲੋੜ ਹੈ। ਸਾਨੂੰ ਬਹੁਤ ਸਾਲਾਂ ਤੋਂ ਬਾਅਦ ਇੱਕ ਮਜ਼ਬੂਤ ਸਰਕਾਰ ਮਿਲੀ ਜੀ, ਕਿਉਂਕਿ ਹਾਲਾਂਕਿ ਇਸ ਮੁੱਦੇ ਦੇ ਉੱਤੇ ਪਹਿਲੇ ਗੱਲ ਹੋਣੀ ਚਾਹੀਦੀ। ਪ੍ਰਧਾਨ ਮੰਤਰੀ ਸਾਹਿਬ ਦਾ ਵੀ ਬਿਆਨ ਹੈ, ਉਹਨਾਂ ਨੇ ਇਹ ਗੱਲ, ਕਿਉਂਕਿ ਜਦੋਂ ਵਿਰੋਧੀ ਪਾਰਟੀਆਂ ਵੱਲੋਂ ਚੀਜ਼ਾਂ ਸਾਹਮਣੇ ਆਈਆਂ ਕਿ ਯੂਸੀਸੀ ਨੂੰ ਲਾਗੂ ਕਰਨ ਦੇ ਨਾਲ ਬਹੁਤ ਸਾਰੇ ਨੁਕਸਾਨ ਹੋਣਗੇ, ਤਾਂ ਇੱਕ ਬਿਆਨ ਜਿਹੜਾ ਉਹਨਾਂ ਨੇ ਇੱਕ ਸ਼ਬਦ ਕਹਿ ਕੇ ਗੱਲ ਨਿਬੇੜੀ ਕਿ ਅਸੀਂ ਇਹਨੂੰ ਹੜਕੰਪ ਦੇ ਵਿੱਚ ਭੰਬਲ ਭੂਸੇ 'ਚ ਪਾ ਕੇ ਨਹੀਂ ਲਾਗੂ ਕਰਾਂਗੇ, ਇਹਦੇ ਲਈ ਸਹਿਜਤਾ ਦੇ ਨਾਲ ਸਮਾਂ ਲਿਆ ਜਾਏਗਾ, ਉਸ ਤੋਂ ਬਾਅਦ ਚੀਜ਼ ਸਾਹਮਣੇ ਆਏਗੀ। ਜਿਹੜੀ ਗੱਲ ਤੁਸੀਂ ਤੇ ਕਾਲੀਆ ਸਾਹਿਬ ਨੇ ਵੀ ਕੀਤੀ, ਕਾਲੀਆ ਸਾਹਿਬ ਉਹੀ ਗੱਲ ਕਿ ਅਸੀਂ ਹਮੇਸ਼ਾ ਕੋਈ ਵੀ ਚੀਜ਼ ਜਿਹੜੀ ਨਵੀਂ ਸਾਡੀ ਸੁਸਾਇਟੀ 'ਚ ਐਕਸੈਪਟ ਹੋਣ ਤੋਂ ਪਹਿਲਾਂ ਉਹਦੀ ਪਰਸੈਪਸ਼ਨ ਇੱਕ ਧਿਰ ਤੋਂ ਬਣਾਉਂਦੇ ਆ, ਦੂਸਰਾ ਉਹਦਾ ਸਿੱਕੇ ਦਾ ਕੀ ਪਹਿਲੂ ਹੈ ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਉਹ ਤਾਂ ਬਿਲਕੁਲ ਦਰੁਸਤ ਹੈ ਜੀ। ਗੱਲ ਤਾਂ ਸਿਰਫ ਹੈ ਕਿ ਰਾਜਨੀਤਿਕ ਪਾਰਟੀਆਂ ਅੱਜ ਵੋਟ ਬੈਂਕ ਪੋਲਿਟਿਕਸ ਕਰ ਰਹੀਆਂ, ਜਿਹੜੀ ਗੱਲ ਜੀਵ ਜੀ ਨੇ ਕਹੀ ਹੈ ਕਿ ਵੀ ਉਸ ਐਂਗਲ ਨੂੰ ਦੇਖਦੀਆਂ ਕਿ ਅਸੀਂ ਮੁਸਲਮਾਨ ਦੀਆਂ ਵੋਟ ਜਿਹੜੀਆਂ ਉਹ ਕਿੱਦਾਂ ਸਿਕਿਉਰ ਕਰੀਏ। ਹੁਣ ਤੁਸੀਂ ਦੇਖੋ 3 ਤਲਾਕ ਅੱਜ ਖਤਮ ਹੋ ਗਿਆ, ਕਿਆ ਮੁਸਲਿਮ ਮਹਿਲਾਵਾਂ ਨੂੰ ਰਾਹਤ ਨਹੀਂ ਮਿਲੀ? ਬਹੁਤ ਵੱਡੀ ਰਾਹਤ ਮਿਲੀ। ਠੀਕ ਹੈ ਨਾ ਜੀ। ਹੁਣ ਆਉਣ ਵਾਲੇ ਸਮੇਂ 'ਚ ਜੇ ਬਰਾਬਰਤਾ ਦੇ ਅਧਿਕਾਰ ਹੋ ਜਾਣਗੇ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ, ਇਹਦੇ 'ਚ ਕਿਹੜੀ ਮਾੜੀ ਗੱਲ ਹੈ? ਹਾਂ, ਪੂਜਾ ਪੱਤੀ ਦੀ ਗੱਲ ਹੋਵੇ ਤਾਂ ਗੱਲ ਹੈ। ਇਹ ਸਮਾਨ ਨਾਗਰਿਕ ਕਾਨੂੰਨ ਹੈ, ਸੋ ਸਿਵਲ ਰਾਈਟਸ ਸਾਰਿਆਂ ਦੇ ਬਰਾਬਰ ਹੋਣੇ ਚਾਹੀਦੇ ਹੈ। ਇਹਦੇ ਬਾਰੇ ਕੋਈ ਵੀ ਜਿਹੜਾ ਹੈ ਡਿਫਰੈਂਸ ਓਪੀਨੀਅਨ ਨਹੀਂ ਹੋਣਾ ਚਾਹੀਦਾ। ਹੁਣ ਤੁਸੀਂ ਦੇਖੋ ਕਿ ਵੀ ਜਿਹੜੇ ਬਾਕੀ ਕੰਟਰੀਜ਼ ਹੈ ਮੁਸਲਿਮ ਕੰਟਰੀਜ਼, ਉਹਦੇ ਵਿੱਚ ਜਿਹੜਾ 3 ਤਲਾਕ ਵਾਲਾ ਸਿਸਟਮ ਹੈ ਉਹ ਆਲਮੋਸਟ ਫਿਨਿਸ਼ਡ ਹੈਗਾ ਜੀ। ਠੀਕ ਹੈ। ਹੁਣ ਜੇ ਆਪਾਂ ਮੁਸਲਮਾਨਾਂ ਦੀ ਗੱਲ ਕਰੀਏ ਵੀ ਸ਼ਰੀਅਤ ਕਾਨੂੰਨ ਕਿਉਂ ਨਹੀਂ ਲਾਗੂ ਕਰਦੇ? ਜੇ ਆਪਾਂ ਉੱਥੇ, ਕਿਉਂਕਿ ਮੇਲ ਡੋਮੀਨੇਟਡ ਸੁਸਾਇਟੀ ਹੈ, ਉਹ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਕੰਮ ਕਰਦੇ, ਲੇਕਿਨ ਮਹਿਲਾਵਾਂ ਨੂੰ ਉਹਨਾਂ ਨੂੰ ਪ੍ਰੋਪਰ ਰਾਈਟਸ ਨਹੀਂ ਦੇਣਾ ਚਾਹੁੰਦੇ। ਤਾਂ ਇਹ ਗੱਲ ਜਦੋਂ ਇਨੀਸ਼ੀਅਲੀ ਕਿਉਂਕਿ ਦੇਸ਼ ਆਜ਼ਾਦ ਹੋਇਆ ਸੀਗਾ, ਉਦੋਂ ਉਹਨਾਂ ਨੇ ਕਿਹਾ ਕਿ ਪਰਸਨਲ ਲਾਜ਼ ਬਣਾ ਦਿਓ ਪਹਿਲਾਂ, ਕਿਉਂਕਿ ਸਾਡੇ ਨਾਲ ਜਿਹੜੇ ਮੁਸਲਮਾਨ ਭਾਈਚਾਰਾ ਹਿੰਦੁਸਤਾਨ ਦੇ ਵਿੱਚ ਰਿਹਾ ਉਹ ਕਿਸੇ ਐਲੀਨੇਟਡ ਨਾ ਫੀਲ ਕਰਨ। ਹੁਣ ਇਹ ਹੈਗਾ ਕਿ ਅੱਜ 75 ਸਾਲ ਹੋ ਗਏ ਕਿ ਵੀ ਅਸੀਂ ਹੁਣ ਸਾਰੇ ਇਕੱਠੇ ਰਚ ਵਿੱਚ ਗਏ ਹਾਂ, ਤੇ ਇਸ ਲਈ ਹਰ ਇੱਕ ਨੂੰ ਜਿਹੜਾ ਹੈਗਾ ਕਿ ਸਮਾਨ ਨਾਗਰਿਕ ਜਿਹੜਾ ਹੈਗਾ ਕਾਨੂੰਨ ਹੋਣੇ ਚਾਹੀਦੇ, ਬਰਾਬਰਤਾ ਦੇ ਅਧਿਕਾਰ। ਉੱਤਰਾਖੰਡ ਦੀ ਗੱਲ ਚੱਲੀ ਵਿੱਚ ਸਟੇਟ ਦੀ, ਇਹ ਖਬਰਾਂ ਵੀ ਆ ਰਹੀਆਂ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਦੇ ਵਿੱਚ ਇਸ ਗੱਲ ਦਾ ਇੱਕ ਇਨ ਪ੍ਰਿੰਸੀਪਲ ਦੇ ਆਰ ਐਗਰੀਡ ਕਿ ਵੀ ਜਦ ਵੀ ਹੈ ਯੂਨੀਫਾਰਮ ਸਿਵਲ ਕੋਡ ਦਾ ਡਰਾਫਟ ਰੈਡੀ ਹੋਏਗਾ ਔਰ ਅਸੈਂਬਲੀ ਦੇ ਵਿੱਚ ਪੇਸ਼ ਹੋਏਗਾ, ਅਸੀਂ ਇਹਨੂੰ ਪਾਸ ਕਰਾਂਗੇ। ਲੇਕਿਨ ਇਹ ਕੋਈ ਇੱਕ ਸਟੇਟ ਕਰਦੇ ਦੂਜੀ ਸਟੇਟ ਨਾ ਕਰੇ ਤੇ ਇਹ ਬੜਾ ਔਖਾ ਜਿਹਾ ਕੰਮ ਹੈਗਾ ਅਲਟੀਮੇਟਲੀ ਪੂਰੇ ਦੇਸ਼ ਨੂੰ ਇੱਕ ਹੋ ਕੇ, ਕਿਉਂਕਿ ਦੇਸ਼ ਨੂੰ ਇੱਕ ਕਰਨ ਦੀ ਤੇ ਗੱਲ ਹੋ ਰਹੀ ਹੈ। ਜੇ ਉਹਦੇ ਵਿੱਚ ਵੀ ਅਸੀਂ ਇੱਕ ਸਟੇਟ ਦੇ ਵਿੱਚ ਪਾਸ ਹੋ ਗਿਆ, ਦੂਜੀ ਦੇ ਵਿੱਚ ਹਰਿਆਣਾ ਦਾ ਬਾਰਡਰ ਕ੍ਰਾਸ ਕਰਕੇ ਤੁਸੀਂ ਪੰਜਾਬ ਆਏ, ਪੰਜਾਬ ਦੇ ਯੂਨੀਫਾਰਮ ਸਿਵਲ ਕੋਡ ਹੈ ਨਹੀਂ, ਤੇ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਮੈਜੋਰਟੀ ਆਫ ਸਟੇਟਸ ਹੈਗਾ ਕਿ ਅਪਰੂਵ ਕਰਨਗੀਆਂ ਸਾਰੀਆਂ, ਬਿਲਕੁਲ ਕਰਨਾ ਹੀ ਪਏਗਾ। ਔਰ ਸਭ ਤੋਂ ਵੱਡੀ ਗੱਲ ਹੈਗੀ ਹੈ ਇਹਦੇ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੀ ਹੈ ਕਿ ਪੂਰੇ ਦੇਸ਼ ਦੇ ਵਿੱਚ ਇੱਕ ਕਾਨੂੰਨ ਜੀ ਯੂਨੀਫਾਰਮ ਲਿਆਣੀ ਹੈ। ਹੁਣ ਇਹਦੇ ਵਿੱਚ ਤੁਸੀਂ ਅਗਰ ਤੁਸੀਂ ਇਹਨੂੰ ਧਿਆਨ ਨਾਲ ਪੜੋਗੇ ਤੇ ਵੱਖ-ਵੱਖ ਵਰਗਾਂ ਦੇ ਉੱਤੇ, ਵੱਖ-ਵੱਖ ਧਰਮਾਂ ਦੇ ਉੱਤੇ ਇਹਦਾ ਕੀ ਇੰਪੈਕਟ ਪਏਗਾ ਬੜੀ ਡਿਟੇਲ ਵਿੱਚ ਲਿਖਿਆ ਹੋਇਆ, ਤੁਸੀਂ ਗੂਗਲ ਕਰਕੇ ਵੀ ਦੇਖ ਸਕਦੇ ਹੋ। ਉਹਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਇਹਦਾ ਪੈਂਦੇ ਸੱਟੇ ਵਿਰੋਧ ਕਰਦਾ, ਬਿਲਕੁਲ ਜੀ ਸਟੇਟਮੈਂਟ ਆਈ ਹੈ ਸਿਵਲ ਕੋਡ ਦਾ ਵਿਰੋਧ ਕਰਦੇ ਜੀ। ਔਰ ਜਦ ਕਿ ਤੁਸੀਂ ਸਿੱਖਾਂ ਦੇ ਉੱਤੇ ਜਾਂ ਸਿੱਖ ਧਰਮ ਦੇ ਉੱਤੇ ਇਹਦਾ ਕੀ ਇੰਪੈਕਟ ਪਏਗਾ ਪੜ੍ਹ ਕੇ ਦੇਖੋ, ਕੋਈ ਫਰਕ ਹੀ ਨਹੀਂ ਹੈ, 1% ਵੀ ਕੋਈ ਫਰਕ ਨਹੀਂ ਹੈ ਯੂਨੀਫਾਰਮ ਸਿਵਲ ਕੋਡ ਦਾ ਔਰ ਉਹਦੇ ਵਿੱਚ ਆਨੰਦ ਮੈਰਿਜ ਐਕਟ ਦੇ ਹਿਸਾਬ ਨਾਲ। ਹੁਣ ਸਵਾਲ ਸਾਡੇ ਤੋਂ ਲੋਕ ਪੁੱਛਦੇ ਨੇ ਕਿ ਦੇਖੋ ਜੀ ਹੁਣ ਸਿੱਖਾਂ ਦੇ ਵਿੱਚ 4 ਫੇਰੇ ਹੁੰਦੇ ਨੇ, ਹਿੰਦੂਆਂ ਦੇ ਵਿੱਚ 7 ਫੇਰੇ ਹੁੰਦੇ ਨੇ, ਕਿ ਹੁਣ ਸਿੱਖਾਂ ਦੇ 7 ਫੇਰੇ ਹੋਣਗੇ ਕਿ ਹਿੰਦੂਆਂ ਦੇ 4 ਫੇਰੇ ਹੋਣਗੇ? ਫਿਰ ਕਹਿੰਦੇ ਜੀ ਹੁਣ ਸਿੱਖਾਂ ਦੀ 4 ਹੁੰਦੀਆਂ, ਸਪਤਪਦੀ ਹੁੰਦੀ ਹੈ, 7 ਜਿਹੜੀਆਂ ਸ਼ਰਤਾਂ ਹੁੰਦੀਆਂ। ਉਹ ਚੀਜ਼ਾਂ ਦੇ ਉੱਤੇ ਛੋਟੀ-ਛੋਟੀ ਗੱਲਾਂ ਦੇ ਉੱਤੇ ਕਨਫਿਊਜ਼ਨ ਕ੍ਰੀਏਟ ਹੈ। ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਕਾਲੀਆ ਜੀ ਨੇ ਵੀ ਕਿਹਾ ਹੈ ਕਿ ਲਾ ਕਮਿਸ਼ਨ ਨੇ 14 ਜੁਲਾਈ ਤੱਕ ਮੰਗੀ ਹੈ ਇਹਦੇ ਉੱਤੇ ਆਬਜੈਕਸ਼ਨ, ਲੇਕਿਨ ਉਸ ਤੋਂ ਪਹਿਲੇ ਇੱਕ ਡਿਮਾਂਡ ਲੋਕਾਂ ਦੀ ਤਰਫੋਂ ਵੀ ਇਹ ਗੱਲ ਆਈ ਹੈ ਕਿ ਉਸ ਤੋਂ ਪਹਿਲੇ ਸਭ ਤੋਂ ਪਹਿਲੇ ਤਾਂ ਇਹ ਡਿਕਲੇਅਰ ਕੀਤਾ ਜਾਏ ਕਿ ਉਹ
ਡਰਾਫਟ ਹੈ ਕੀ, ਯੂਨੀਫਾਰਮ ਸਿਵਲ ਕੋਡ ਹੈ ਕੀ, ਇਹ ਕਿਸ ਧਰਮ ਦੇ ਉੱਤੇ ਕਿੱਦਾਂ ਇੰਪੈਕਟ ਪਾਉਣ ਵਾਲਾ ਹੈ ਔਰ ਕਿੰਨੂੰ ਕਿੰਨਾ ਫਾਇਦਾ ਤੇ ਕਿੰਨੂੰ ਕਿੰਨਾ ਨੁਕਸਾਨ, ਉਹ ਨੁਕਸਾਨ ਨੂੰ ਉਹ ਸਟੇਕ ਹੋਲਡਰ ਨੂੰ ਸਮਝਾਉਣ ਦੀ ਲੋੜ ਹੈ। ਇਹ ਤੁਸੀਂ ਫੋਰਸੀਬਲੀ ਨਹੀਂ ਇੰਪਲੀਮੈਂਟ ਕਰ ਸਕਦੇ। ਇਹ ਤੁਸੀਂ ਜਿਹੜੇ ਵੀ ਲੋਕ ਨੇ ਜਾਤੀ ਦੇ ਨੇ ਸਾਰਿਆਂ ਨੂੰ ਸਮਝ ਆ ਜਾਂਦੀ ਹੈ। ਉਹਦੇ ਵਿੱਚ ਸਿਆਣੇ ਬੰਦੇ ਹੁੰਦੇ ਨੇ, ਜੇ ਉਹਦੇ ਵਿੱਚ ਪੋਲੀਟੀਸ਼ੀਅਨ ਹਟਾ ਦੋ ਨਾ ਤੇ ਆਮ ਲੋਕਾਂ ਨੂੰ ਇਹ ਗੱਲ ਬੜੀ ਛੇਤੀ ਸਮਝ ਆ ਜਾਂਦੀ ਹੈ। ਪੋਲੀਟੀਸ਼ੀਅਨ ਨੇ ਵੋਟ ਬੈਂਕ ਦੀ ਨਜ਼ਰੋਂ ਹਰ ਚੀਜ਼ ਨੂੰ ਦੇਖਣਾ। ਮੈਂ ਤੇ ਇੱਕ ਹੋਰ ਗੱਲ ਕਹਿਣਾ ਜੀ ਕਿ ਵੀ ਅਸੀਂ ਅਪੀਲ ਕਰੀਏ, ਜਿਹੜਾ ਵੀ ਦਰਸ਼ਕ ਹੈ ਕਿ ਤੁਹਾਨੂੰ ਕੋਈ ਆਬਜੈਕਸ਼ਨ ਲੱਗਦਾ, ਕੋਈ ਖਦਸ਼ਾ ਲੱਗਦਾ, ਤੁਸੀਂ ਲਾਅ ਕਮਿਸ਼ਨ ਨੂੰ ਭੇਜੋ, ਲਿਖ ਕੇ ਭੇਜੋ। 5.5 ਲੱਖ ਆਲਰੇਡੀ ਜਾ ਚੁੱਕੇ, ਇਨਵਾਈਟਡ ਹੈ, ਉਹਦੇ ਤੁਸੀਂ ਜਾ ਕੇ ਆਪਣਾ ਇਤਰਾਜ਼ ਦਿਓ ਤੇ ਜੇ ਕੋਈ ਗੱਲ ਵੈਲਿਡ ਹੋਏਗੀ ਤੇ ਜ਼ਰੂਰ ਐਕਸੈਪਟ ਹੋਏਗੀ, ਕਿਉਂਕਿ ਸੁਜੈਸ਼ਨ ਦੇ ਸਕਦੇ ਹੋ ਜੀ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਪਾਰਟੀਆਂ ਦੀ ਤਾਂ ਹਰ ਐਂਗਲ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਪਹਿਲਾਂ ਹੀ ਵਿਰੋਧ ਸ਼ੁਰੂ ਕਰ ਦਿੱਤਾ। ਇੱਕ ਹੋਰ ਜਿਹੜਾ ਓਪੀਨੀਅਨ ਸਾਹਮਣੇ ਆ ਰਿਹਾ ਉਹ ਇਹ ਆ ਰਿਹਾ ਕਿ ਸ਼ਾਇਦ 2024 ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਅੱਗੇ, ਉਹਦੇ ਮੱਦੇ ਨਜ਼ਰ ਹੀ ਸਾਰੀ ਚੀਜ਼ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਅੱਗੇ ਸਰਕਾਰ ਜਿਹੜੀ ਇਸ ਦਾ ਬੈਨੀਫਿਟ ਲੈ ਸਕੇ। ਦੇਖੋ ਇੱਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ, ਜੋ ਯੂਨੀਫਾਰਮ ਸਿਵਲ ਕੋਡ ਨੂੰ ਸਪੋਰਟ ਕਰੇਗਾ ਉਹ ਐਂਟੀ ਮੁਸਲਿਮ ਹੈ, ਜਿਹੜਾ ਯੂਨੀਫਾਰਮ ਸਿਵਲ ਕੋਡ ਨੂੰ ਸਪੋਰਟ ਨਹੀਂ ਕਰੇਗਾ ਉਹ ਮਤਲਬ ਐਂਟੀ ਹਿੰਦੂ ਹੈ। ਹੁਣ ਇਹ ਜਿਹੜੀ ਗੱਲਾਂ ਹੈਗੀ ਹੈ ਉਹਦੇ ਰਾਹੀਂ ਤੁਸੀਂ ਅਗਰ ਪੋਲੀਟੀਕਲ ਨੈਰੇਟਿਵ ਸੈੱਟ ਕਰੋਗੇ ਤੇ ਉਹਦੇ ਵਿੱਚ ਸਿੱਧਾ ਪੋਲਰਾਈਜੇਸ਼ਨ ਦੀ ਤਰਫ ਸਾਡਾ ਧਿਆਨ ਜਾਂਦਾ ਹੈ। ਉਹਦੇ ਵਿੱਚ ਕਹਿੰਦੇ ਆ ਭਾਜਪਾ ਦੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਨਹੀਂ ਜੀ ਇਹ ਪੋਲਰਾਈਜੇਸ਼ਨ ਵਾਸਤੇ ਕਰ ਰਹੇ, ਡੂੰਘਾਈ ਤੇ ਜਾਓ, ਉੱਤੋਂ ਦੇਖੋਗੇ ਤੇ ਤੁਹਾਨੂੰ ਸਾਰੀ ਚੀਜ਼ਾਂ ਪੋਲੀਟੀਕਲ ਨਜ਼ਰ ਆਉਣਗੀਆਂ। ਮਾੜਾ ਜਿਹਾ ਥੱਲੇ ਜਾ ਕੇ ਦੇਖੋ, ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਜਾਣਗੀਆਂ। ਔਰ ਜੇ ਤੁਸੀਂ ਵਾਕਈ ਭਾਰਤ ਨਾਲ ਤੇ ਹਿੰਦੁਸਤਾਨ ਨਾਲ ਪਿਆਰ ਕਰਦੇ ਹੋ ਤੇ ਤੁਹਾਨੂੰ ਇਹ ਗੱਲਾਂ ਸਮਝਣੀ ਚਾਹੀਦੀ ਹੈ। ਐਵੇਂ ਪੋਲਿਟਿਕਸ ਨਾ ਖੇਡੋ, ਕੋਈ ਫਾਇਦਾ ਜੀ। ਜਿਹੜੀ ਗੱਲ ਹੈ ਕਿ ਐਂਟੀ ਹਿੰਦੂ ਐਂਟੀ ਮੁਸਲਿਮ, ਨਾ ਇਹ ਐਂਟੀ ਹਿੰਦੂ ਹੈ ਤੇ ਨਾ ਐਂਟੀ ਮੁਸਲਿਮ ਹੈ, ਇਹ ਜਿਹੜਾ ਹੈਗਾ ਮਾਨਵਤਾ ਦੇ ਹੱਕ ਦੇ ਵਿੱਚ ਹੈ, ਇਹ ਭਾਰਤ ਦੇ ਨਾਗਰਿਕ ਦੇ ਹੱਕ ਦੇ ਵਿੱਚ ਹੈ। ਸੋ ਨਾਗਰਿਕ ਨੂੰ ਸਮਾਨ ਅਧਿਕਾਰ ਮਿਲਣ, ਗੱਲ ਤਾਂ ਇਹ ਨਹੀਂ ਹੈ, ਨਾ ਇਹ ਐਂਟੀ ਹਿੰਦੂ ਹੈ ਨਾ ਐਂਟੀ ਮੁਸਲਿਮ ਹੈਗਾ। ਨਵਜੋਤ ਜੀ ਕਈ ਵਾਰ ਅਸੀਂ ਵਿਰੋਧ ਕਰਦੇ ਹਾਂ ਸਿਰਫ ਵਿਰੋਧ ਦੇ ਨਾਲ। CAA ਦਾ ਵਿਰੋਧ ਹੋਇਆ, ਦੱਸੋ ਉਹਦੇ ਵਿੱਚ ਕੀ ਗੱਲ ਸੀਗੀ? ਉਹਦੇ ਵਿੱਚ ਮੁਸਲਿਮ ਕੰਟਰੀਜ਼ ਦੇ ਵਿੱਚ ਜਿਹੜੇ ਹਿੰਦੂਆਂ ਨੂੰ ਸਤਾਇਆ ਜਾ ਰਿਹਾ, ਜਿਹੜੇ ਮਾਈਨੋਰਿਟੀ ਕਮਿਊਨਿਟੀ ਨੇ, ਉਹ ਅਗਰ ਭਾਰਤ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਅਸੀਂ ਨਾਗਰਿਕਤਾ ਦੇਣਗੇ। ਉਹ ਕਹਿੰਦੇ ਜੀ ਮੁਸਲਿਮ ਨੂੰ ਕਿਉਂ ਨਹੀਂ ਨਾਗਰਿਕਤਾ ਦੋ? ਉਹਨਾਂ ਦੇ ਕੋਲ ਅਸਾਈਲਮ ਦੇਣਾ ਤਾਂ ਕੰਟਰੀ ਹਰ ਇੱਕ ਕੰਟਰੀ ਦਾ ਦੇ ਸਕਦੀ, ਉਹਦਾ ਅਨਰਿਟਨ ਅੰਡਰਸਟੈਂਡਿੰਗ ਹੈ ਹੀ ਹੈ। ਵਿਰੋਧ ਵਾਸਤੇ ਵਿਰੋਧ ਕਰਨਾ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਦੇਰ ਚੱਲਦਾ ਨਹੀਂ। ਇੱਕ ਸਾਡੀ ਹੋਰ ਤਰਾਸਦੀ ਹੈ ਕਿ ਹੋਰ ਹੈ, ਜੇ ਮੁਸਲਮਾਨ ਨੂੰ ਕਹਿੰਦੇ ਅਸਾਈਲਮ ਦੇਣਾ ਜਾਂ ਉਹਨਾਂ ਨੂੰ ਕਿਉਂ ਨਹੀਂ ਇਨਕਲੂਡ ਕੀਤਾ, ਇਹਦਾ ਮਤਲਬ ਉੱਥੇ ਉਹਦੇ ਮੁਸਲਮਾਨਾਂ ਦੀ ਜ਼ੁਲਮ ਹੋ ਰਿਹਾ ਹੈ, ਮੁਸਲਿਮ ਕੰਟਰੀਜ਼ ਦੇ ਹੋਰ ਫਸਦੀ ਹੈ, ਉਹ ਕੰਟਰੀਜ਼ ਫਸਦੀ ਹੈ ਜੀ। ਕਿਉਂਕਿ ਇੱਕ ਤਰਾਸਦੀ ਸਾਡੀ ਹੋਰ ਹੈ ਕਿ ਜਿਹੜੀਆਂ ਵੀ ਚੀਜ਼ਾਂ, ਜਿਹੜੇ ਅਧਿਕਾਰ, ਜਿਹੜੇ ਕਾਨੂੰਨ ਆਮ ਲੋਕਾਂ ਲਈ ਜ਼ਿਆਦਾ ਸੋਚ ਸਮਝ ਕੇ ਉਹਨਾਂ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਆ, ਉਹਦਾ ਸਭ ਤੋਂ ਜ਼ਿਆਦਾ ਵਿਰੋਧ ਆਮ ਲੋਕਾਂ ਵੱਲੋਂ ਹੀ ਆਉਂਦਾ। ਹੁਣ ਛੋਟੀਆਂ ਚੀਜ਼ਾਂ ਨੂੰ ਲੈ ਕੇ ਪੁਆਇੰਟ ਜਿਹੜੇ ਸਾਹਮਣੇ ਆ ਰਹੇ ਆ ਕਿ ਹੋਰ ਕੁਐਸਚਨ ਰੇਜ਼ ਹੁੰਦਾ ਹੈ ਕਿ ਕੀ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ, ਜਾਤੀ ਦੇ ਲੋਕ ਨੇ, ਲਿੰਗ ਵਾਲੇ ਲੋਕ ਨੇ, ਉਹ ਕੀ ਇਸ ਚੀਜ਼ ਨੂੰ ਹਜਮ ਕਰ ਪਾਉਣਗੇ? ਲੋਕ ਹਜਮ ਕਰ ਲੈਣਗੇ ਜੀ, ਪੋਲਿਟਿਕਸ ਹਜਮ ਕਰ ਲੇ ਜੀ। ਲੋਕਾਂ ਦੇ ਵਿੱਚ ਕੋਈ ਵਿਖਰਾਵ ਨਹੀਂ ਹੈ। ਲੋਕ ਅਗਰ ਤੁਸੀਂ ਪਾਕਿਸਤਾਨ ਵੀ ਚਲੇ ਜਾਓ, ਮੈਨੂੰ ਇਦਾਂ ਲੱਗਦਾ ਹੈ ਅਸੀਂ ਪਾਕਿਸਤਾਨੀ ਡਰਾਮੇ ਦੇਖਦੇ ਹਾਂ ਔਰ ਉਹਨਾਂ ਲੋਕਾਂ ਦੇ ਇਮੋਸ਼ਨ ਸਾਡੇ ਇਮੋਸ਼ਨਸ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਔਰ ਮੈਨੂੰ ਲੱਗਦਾ ਸਾਂਝ ਪੂਰੀ ਹੈ। ਜਦ ਤੱਕ ਸਾਡੇ ਵਿੱਚ ਪਾੜੇ ਪਾਏ ਜਾਂਦੇ, ਸਾਨੂੰ ਵੰਡਿਆ ਜਾਂਦਾ, ਤਦ ਤੱਕ ਤੁਸੀਂ ਇੱਕ ਦੂਜੇ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖੋ ਕਿ ਪਿਆਰ ਬੀਜੋਗੇ ਤੁਹਾਨੂੰ ਪਿਆਰ ਮਿਲੇਗਾ ਹੀ ਮਿਲੇਗਾ ਜੀ। ਇੱਕ ਚੀਜ਼ ਜਿਹੜੀ ਹੋਰ ਆਉਂਦੀ ਕਿ ਰੁਕਾਵਟਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵਿਰੋਧੀ ਧਿਰਾਂ ਜਿਹੜੀਆਂ ਇਹਦੇ ਬਾਰੇ ਆਪਣੀ ਇੱਕ ਪਰਸੈਪਸ਼ਨ ਬਣਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਜਾਂ ਕੁਝ ਗੱਲਾਂ ਇਹਦੇ ਬਾਰੇ ਕੀਤੀਆਂ ਜਾ ਰਹੀਆਂ, ਇਸ ਤੋਂ ਬਿਨਾਂ ਕਾਲੀ ਸਾਹਿਬ ਕੀ ਤੁਹਾਨੂੰ ਲੱਗਦਾ ਕਿ ਕੋਈ ਹੋਰ ਰੁਕਾਵਟ ਸਾਡੇ ਸਾਹਮਣੇ ਹੈਗੀ ਇਹਨੂੰ ਲਾਗੂ ਕਰਨ ਦੇ ਲਈ? ਗੱਲ ਇਹ ਹੈ ਕਿ ਇੱਕ ਰੋਂਗ ਨੈਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਹੈ, ਰੋਂਗ ਪਰਸੈਪਸ਼ਨ ਕੀਤੀ ਜਾ ਰਹੀ ਹੈ ਕਿ ਵੀ ਮੁਸਲਮਾਨਾਂ ਨੂੰ ਖਿਲਾਫ ਹੋਏਗਾ ਜਾਂ ਫਲਾਣੇ ਦੇ, ਕੋਈ ਗੱਲ ਨਹੀਂ। ਇਹਦੇ ਵਿੱਚ ਇੱਕ ਸਮਾਨ ਅਧਿਕਾਰ ਦੇਣ ਦਾ ਸਮਾਨ ਕਾਨੂੰਨ ਹੈ, ਸਾਰਿਆਂ ਲਈ ਬਰਾਬਰ ਹੈ ਜੀ। ਸੋ ਉਸ ਨਾਤੇ ਇਸ ਗੱਲ ਨੂੰ ਕਿ ਵੀ ਅਸੀਂ ਜੇ ਮੁਸਲਿਮ ਮਹਿਲਾਵਾਂ ਉਹਨੂੰ ਜੇ ਸਮਾਨ ਅਧਿਕਾਰ ਮਿਲ ਜੂਗਾ, ਠੀਕ ਹੈ ਨਾ, ਬਤੌਰ ਨਾਗਰਿਕ, ਤੇ ਕਿਹੜੀ ਮਾੜੀ ਗੱਲ ਹੈਗੀ ਹੈ? ਸੋ ਇਹ ਬਹੁਤ ਅੱਛੀ ਗੱਲ ਹੈ ਸਿਵਾ ਜਿਹੜਾ ਯੂਨੀਫਾਰਮ ਸਿਵਲ ਕੋਡ ਲੈ ਕੇ ਆਉਣਾ ਜਿਹੜਾ ਹੈਗਾ। ਸੋ ਇਸ ਲਈ ਜਿਹੜਾ ਹੈਗਾ ਇਹਦੇ 'ਚ ਕੋਈ ਖਦਸ਼ਾ ਨਹੀਂ ਹੈ। ਜੇ ਕਿਸੇ ਨੂੰ ਕੋਈ ਖਦਸ਼ਾ ਲੱਗਦਾ ਹੈ ਤਾਂ ਲਾਅ ਕਮਿਸ਼ਨ ਨੂੰ ਆਪਣਾ ਜਿਹੜਾ ਲਿਖ ਕੇ ਭੇਜ ਸਕਦਾ ਇਤਰਾਜ਼। ਇਹਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਹੈ ਆਪਾਂ ਕਹਿੰਦੇ ਕਿ ਲਾਅ ਕਮਿਸ਼ਨ ਨੂੰ ਲਿਖ ਕੇ ਭੇਜ ਸਕਦੇ, ਕੀ ਲਿਖਣਾ, ਕਿੱਥੇ ਪਹੁੰਚਾਉਣਾ, ਕੀ ਕੋਈ ਨੰਬਰ, ਕੋਈ ਇਸ ਤਰ੍ਹਾਂ ਦਾ ਸਪੈਸੀਫਿਕਲੀ ਇਨਫੋਰਮੇਸ਼ਨ ਉਹਨਾਂ ਨੂੰ ਮੇਲ ਹੈਗੀ ਉਹਨਾਂ ਦੀ? ਉਹ ਸਾਰੇ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਹਜੇ ਆ ਰਹੀ ਹੈ ਸਿਰਫ ਕਿ ਉਹ ਜਿਹੜਾ ਡਰਾਫਟ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਕੱਲ ਪਰਸੋਂ ਤੱਕ ਨਹੀਂ ਪਾਇਆ ਗਿਆ ਸੀ। ਹੁਣ ਹੋ ਸਕਦਾ ਕੱਲ ਰਾਤ ਨੂੰ ਪਾ ਦਿੱਤਾ ਗਿਆ ਹੋਵੇ। ਪਿਛਲੇ ਕੁਝ ਲੀਡਰਾਂ ਨੇ, ਕੁਝ ਪੋਲੀਟੀਸ਼ੀਅਨਸ ਨੇ ਇਹ ਮੰਗ ਕੀਤੀ ਹੈ ਵੀ ਸਾਨੂੰ ਉਹ ਦਿਖਾਓ ਤੁਸੀਂ ਡਰਾਫਟ, ਤਾਂ ਹੀ ਤੇ ਅਸੀਂ ਆਬਜੈਕਸ਼ਨ।
ਔਰ ਡਰਾਫਟ ਕੋਈ ਇੰਨਾ ਸੌਖਾ ਨਹੀਂ ਹੈ ਤੁਸੀਂ ਪੜਿਆ ਤੇ ਆਬਜੈਕਸ਼ਨ ਲਾਤਾ। ਉਹ ਘੱਟ ਤੋਂ ਘੱਟ ਤੁਹਾਨੂੰ 10-15 ਦਿਨ ਪੜ੍ਹਨ 'ਚ ਹੀ ਲੱਗਣੇ ਆ, ਸਮਝਣ 'ਚ ਹੀ ਲੱਗਣੇ ਆ। ਜੇ ਸਮਝੋਗੇ ਤੇ ਅੱਗੇ ਸਮਝਾ ਪਾਓਗੇ, ਜੇ ਤੁਸੀਂ ਨਹੀਂ ਸਮਝੇ ਫਿਰ ਤੁਹਾਨੂੰ ਕੀ ਅੱਗੇ ਆਬਜੈਕਸ਼ਨ ਕੀ ਕਰ ਸਕਦੇ ਹੋ। ਇਹ ਇੱਕ ਟੈਕਨੀਕਲ ਜਿਹੀ ਚੀਜ਼ ਹੈ, ਇਹ ਹਜੇ ਟਾਈਮ ਲੱਗੂਗਾ। ਇਹ 2024 ਦੀ ਇਲੈਕਸ਼ਨ ਤੋਂ ਪਹਿਲੇ ਕੋਈ ਯੂਨੀਫਾਰਮ ਸਿਵਲ ਕੋਡ ਲੱਗਣ ਵਾਲਾ ਨਹੀਂ, ਕਿਉਂਕਿ ਇਹ ਇੱਕ ਬਹੁਤ ਵੱਡਾ ਮੁੱਦਾ ਹੈ। ਇਸ ਮੁੱਦੇ ਦੇ ਉੱਤੇ ਪਬਲਿਕ ਦੇ ਵਿੱਚ ਡਿਬੇਟ, ਨੈਸ਼ਨਲ ਡਿਬੇਟ, ਪੋਲੀਟੀਸ਼ੀਅਨਸ ਦਾ ਆਮਨਾ ਸਾਹਮਣਾ, ਇੱਕ ਹੀਟਡ ਆਰਗੂਮੈਂਟਸ, ਬਹੁਤ ਸਾਰੀ ਗੱਲਾਂ ਚੱਲਣੀਆਂ ਔਰ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਜ਼ਰੂਰ ਬਣੇਗਾ, ਇਹ ਗੱਲ ਤਾਂ ਹੈ ਜੀ। ਆਪਾਂ ਜਦੋਂ ਗੱਲ ਕਰਦੇ ਹਾਂ ਕਿ ਭਾਰਤ ਨੇ ਹਰ ਤਰੀਕੇ ਦੇ ਨਾਲ ਜਦੋਂ ਦੀ ਮੋਦੀ ਸਰਕਾਰ ਆਈ ਹੈ ਕੋਸ਼ਿਸ਼ ਕੀਤੀ ਹੈ ਕਿ ਕੁਝ ਇਦਾਂ ਦੇ ਬਦਲਾਅ ਭਾਰਤ ਦੇ ਵਿੱਚ ਕੀਤੇ ਜਾਣ, ਚਾਹੇ ਉਹ ਆਰਥਿਕ ਤੌਰ ਤੇ ਆ, ਧਾਰਮਿਕ ਤੌਰ ਤੇ ਆ, ਸਮਾਜਿਕ ਤੌਰ ਤੇ ਆ, ਕੁਝ ਹੈਲਥ ਨੂੰ ਆਪਾਂ ਸੈਗਮੈਂਟ ਨੂੰ ਲੈ ਲਈਏ, ਬਹੁਤ ਸਾਰੇ ਵੱਡੇ ਫੈਸਲੇ ਜਿਹੜੇ ਕੀਤੇ ਗਏ ਆ। ਹੁਣ ਜਦੋਂ ਇਹ UCC ਜਦੋਂ ਲਾਗੂ ਹੋ ਜਾਂਦਾ ਹੈ, ਕੀ ਲੱਗਦਾ ਕਿ ਬਾਕੀ ਮੁਲਕਾਂ ਦੇ ਨਜ਼ਰ ਦੇ ਵਿੱਚ ਇੱਕ ਰੁਤਬਾ ਜੋ ਹੈ ਸਾਡੀ ਕੰਟਰੀ ਦਾ, ਸਾਡੇ ਦੇਸ਼ ਦਾ, ਕਿਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਆ? UCC ਤੋਂ ਬਾਅਦ ਜਿਸ ਤਰ੍ਹਾਂ ਸਾਡੇ ਬੱਚੇ ਬਾਹਰ ਜਾਂਦੇ ਨੇ, ਕੈਨੇਡਾ ਜਾਂਦੇ ਨੇ, ਆਸਟ੍ਰੇਲੀਆ ਜਾਂਦੇ ਨੇ, UK ਜਾਂਦੇ ਨੇ, ਉਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਔਰ ਅਸੀਂ ਭਾਵੇਂ ਤੁਸੀਂ ਨਕਸਲਵਾਦ ਦੀ ਕੁਝ ਚੀਜ਼ਾਂ ਸੁਣੀਆਂ ਹੋਣਗੀਆਂ, ਰੇਸਿਜ਼ਮ ਦੀ ਗੱਲਾਂ ਸੁਣੀਆਂ ਹੋਣਗੀਆਂ, ਪਰ ਧਰਮ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਰੇਸਿਜ਼ਮ ਹੋਏ ਉਹ ਨਹੀਂ ਹੈ। ਸਾਡੇ ਦੇਸ਼ ਦੇ ਵਿੱਚ ਅਸੀਂ ਸੈਕੂਲਰ ਕੰਟਰੀਆਂ, ਸਾਰੀ ਪੋਲੀਟੀਕਲ ਪਾਰਟੀਆਂ ਦਾਅਵਾ ਵੀ ਕਰਦੀਆਂ ਕਿ ਅਸੀਂ ਸੈਕੂਲਰ ਹਾਂ, ਉਸ ਤੋਂ ਬਾਵਜੂਦ ਵੀ ਜੇ ਵਿਖਰਾਵ ਕਿਉਂ? ਇਹ ਵਿਖਰਾਵ ਇਕੱਠਾ ਕਿੱਦਾਂ ਕਰਨਾ? ਯੂਨੀਫਾਰਮ ਸਿਵਲ ਕੋਡ ਇਜ਼ ਦਾ ਵੇ, ਉਹਨੂੰ ਸਾਰੀ ਚੀਜ਼ ਨੂੰ, ਯੂਨਿਟੀ ਨੂੰ ਅੱਗੇ ਵਧਾਉਣਾ। ਇਸ ਗੱਲ ਨੂੰ ਸਿਰਫ ਸਮਝਣ ਦੀ ਲੋੜ ਹੈ, ਪਰ ਤੁਹਾਨੂੰ ਸਮਝਣ ਨਹੀਂ ਦਿੰਦੇ ਤੁਹਾਡੇ ਸਿਆਸੀ ਆਗੂ ਜੋ ਇਹਦੇ ਉੱਤੇ ਰਾਜਨੀਤੀ ਕਰਦੇ ਨੇ। ਰਾਜਨੀਤੀ ਕਰਕੇ ਹੁਣ ਇਹਦੇ ਵਿੱਚ ਦੇਖੋ, ਮੁਸਲਿਮ ਮਹਿਲਾਵਾਂ ਨੂੰ ਟ੍ਰਿਪਲ ਤਲਾਕ ਦੇ ਮੁੱਦੇ ਤੇ ਨਰਿੰਦਰ ਮੋਦੀ ਉਹਨਾਂ ਅੱਗੇ ਵਧੇ ਔਰ ਉਹਨਾਂ ਸੀਟਾਂ ਦੇ ਉੱਤੇ ਜਿੱਥੇ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਸੀ BJP ਮੁਸਲਿਮ ਡੋਮੀਨੇਟਡ ਏਰੀਆ ਦੇ ਵਿੱਚ ਜਿੱਤ ਸਕਦੀ ਹੈ, ਉੱਥੇ ਉਹਨਾਂ ਮਹਿਲਾਵਾਂ ਕਰਕੇ ਜਿੱਤੀ। UP ਦੇ ਵਿੱਚ 70 ਸੀਟਾਂ ਤੋਂ ਵੀ ਵੱਧ ਲੈ ਕੇ ਜਾਣਾ ਕਦੀ ਸੋਚ ਸਕਦਾ ਸੀ ਕਿ BJP, ਜਿਹਨੂੰ ਕਮਿਊਨਲ ਪਾਰਟੀ ਕਹਿੰਦੇ ਨੇ, ਉਹ ਇੱਕ ਤਰੀਕੇ ਨਾਲ ਮੁਸਲਿਮ ਡੋਮੀਨੇਟਡ ਏਰੀਆ ਦੇ ਵਿੱਚ ਵੀ ਇੰਨੀ ਸੀਟਾਂ ਲੈ ਜਾਏ? ਉਹ ਇਸ਼ੂ ਜਦ ਤੁਸੀਂ ਸਹੀ ਤਰੀਕੇ ਨਾਲ ਸੌਟ ਆਊਟ ਕਰਦੇ ਹੋ ਤੇ ਉਹਨੂੰ ਆਪਣਾ ਨਫਾ ਨੁਕਸਾਨ ਹਰ ਪਰਿਵਾਰਾਂ ਦੇ ਵਿੱਚ ਮਹਿਸੂਸ ਹੁੰਦਾ ਹੈ ਤੇ ਫਿਰ ਲੋਕ ਵੋਟ ਪਾਉਂਦੇ ਜੀ। ਕੱਲ੍ਹ ਜੀ ਤੁਸੀਂ ਕੋਈ ਵੀ ਜਿਹੜੇ ਭਾਰਤ ਦੇ ਲੋਕ ਨੇ, ਜਿਹੜੇ ਸਾਡੇ ਦਰਸ਼ਕ ਵੀ ਸੁਣ ਰਹੇ, ਦੇਖ ਰਹੇ ਪ੍ਰੋਗਰਾਮ ਨੂੰ, ਕੋਈ ਉਹਨਾਂ ਨੂੰ ਸੰਦੇਸ਼ ਇਸ ਚੀਜ਼ ਨੂੰ ਲੈ ਕੇ, ਕੋਈ ਮਿਸਕਨਸੈਪਸ਼ਨ ਹੈ ਉਹਨਾਂ ਦੇ ਮਾਈਂਡ ਦੇ ਵਿੱਚ, ਧਿਆਨ ਦੇ ਵਿੱਚ, ਕੁਛ ਗੱਲ ਕਹਿਣਾ ਚਾਹੋ? ਮੈਂ ਜਿਹੜੀ ਗੱਲ ਪਹਿਲਾਂ ਵੀ ਕਹੀ ਹੈ ਜੀ ਕਿ ਸਮਾਨ ਨਾਗਰਿਕ ਕਾਨੂੰਨ, ਯੂਨੀਫਾਰਮ ਸਿਵਲ ਕੋਡ, ਸੋ ਇਹ ਹਰ ਇੱਕ ਨਾਗਰਿਕ ਦੇ ਹੱਕ ਦੇ ਵਿੱਚ ਹੈ ਕਿ ਉਹਨੂੰ ਬਰਾਬਰ ਅਧਿਕਾਰ ਮਿਲਣ ਜੀ। ਸੋ ਅਧਿਕਾਰ ਬਰਾਬਰ ਮਿਲਣ, ਇਸੇ ਲਈ ਇਹ ਜਿਹੜਾ ਹੈਗਾ ਕਾਨੂੰਨ ਲੈ ਕੇ ਆ ਰਹੇ ਹੈ। ਇਹਦੇ 'ਚ ਕੋਈ ਖਦਸ਼ੇ ਵਾਲੀ ਗੱਲ ਨਹੀਂ ਹੈ। ਜੇ ਕੋਈ ਤੁਹਾਨੂੰ ਲੱਗਦਾ ਖਦਸ਼ਾ ਹੈ ਤੇ ਤੁਸੀਂ ਜਿਹੜਾ ਹੈਗਾ ਲਾ ਕਮਿਸ਼ਨ ਨੂੰ ਤੁਸੀਂ ਆਪਣਾ ਖਦਸ਼ਾ ਭੇਜ ਸਕਦੇ ਹੋ ਜੀ। ਸੋ UCC ਜੋ ਹੈ ਹਰ ਧਰਮ ਵਰਗ ਦੇ ਲੋਕਾਂ ਦੀ ਸਮਾਨਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਕਾਨੂੰਨ ਬਣਾਇਆ ਗਿਆ, ਜਿਹਦੇ ਵਿੱਚ ਸਾਰੇ ਭਾਰਤ ਨੂੰ ਇੱਕੋ ਸਮਾਨਤਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਅਸੀਂ ਸਾਰੇ ਸਹਿਯੋਗ ਕਰੀਏ, ਜੋ ਵੀ ਬਾਹਰ ਇਹਦੇ ਬਾਰੇ ਵਹਿਮ ਭਰਮ ਫੈਲਾਏ ਜਾ ਰਹੇ ਨੇ ਉਹਨਾਂ ਤੋਂ ਬਚੀਏ ਤੇ ਅਸੀਂ ਆਪਣੇ ਭਾਰਤ ਨੂੰ ਹਰ ਤਰੀਕੇ ਦੇ ਨਾਲ ਬਾਕੀ ਮੁਲਕਾਂ ਦੇ ਮੁਕਾਬਲੇ ਅੱਗੇ ਖੜਾ ਕਰ ਸਕਦੇ ਹਾਂ। ਕਾਲੀਆ ਸਾਹਿਬ, ਰਾਜੀਵ ਜੀ, ਅੱਜ ਦੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।